Hello dear students, welcome back to my YouTube channel. So let's discuss next chapter of unit number 8th which is thermodynamics. So बच्चे साडा second chapter जोड़ा start होने जा रहा है that is the second law of thermodynamics. So thermodynamics ਦੇ ਬੱਚੇ ਅਸੀਂ second law ਤੋਂ discuss ਕਰਾਂਗੇ. second law ਕੀ ਆ, heat engine ਕੀ ਆ, Carnot ਹੀਟ ਇੰਜਨ ਕੀ ਆ. ਸੋ ਬਹੁਤ ਛੋਟਾ ਜਿਹਾ ਚੈਪਟਰ ਆ ਬੱਚੇ 3 ਜਾਂ 4 ਦਿਨ ਦੇ ਵਿੱਚ ਸਾਡਾ ਜਿਹੜਾ ਇਹ ਚੈਪਟਰ ਆ ਕੰਪਲੀਟ ਹੋ ਜਾਏਗਾ. ਸੋ 8th ਯੂਨਿਟ ਆਪਣਾ ਪੂਰਾ ਕਹਿ ਲਓ ਕਿ ਫੁੱਲ ਫਲੈਸ਼ਡ ਜਿਹੜਾ ਆ ਕੰਪਲੀਟ ਹੋ ਜਾਏਗਾ. ਸੋ ਦੇਖੋ ਅਸੀਂ ਡੈਫੀਨੇਸ਼ਨ ਤੋਂ ਸਟਾਰਟ ਕਰਦੇ ਹਾਂ. ਸੈਕੰਡ ਲਾਅ ਆਫ ਥਰਮੋਡਾਇਨਮਿਕਸ. ਸੋ ਫਸਟ ਡੈਫੀਨੇਸ਼ਨ ਆ ਸੈਕੰਡ ਲਾਅ ਦੀ ਬੱਚੇ ਜੋ ਥਰਮੋਡਾਇਨਮਿਕਸ ਦੀ ਸੈਕੰਡ ਲਾਅ ਦੀ ਜੋ ਡੈਫੀਨੇਸ਼ਨਸ ਦਿੱਤੀਆਂ ਸਭ ਤੋਂ ਪਹਿਲਾਂ ਦਿੱਤੀਆਂ ਕੈਲਵਿਨ ਨੇ. ਸੋ ਕੈਲਵਿਨ ਦੀ ਸਟੇਟਮੈਂਟ ਕੀ ਸੀ? ਦਿਸ ਸਟੇਟਮੈਂਟ ਇਜ਼ ਬੇਸਡ ਔਨ ਪਰਫੋਰਮੈਂਸ ਆਫ ਹੀਟ ਇੰਜਨ. ਸੋ ਉਹਨਾਂ ਨੇ ਹੀਟ ਇੰਜਨ ਇੱਕ ਪੂਰਾ ਕਹਿ ਲਓ ਆਪਰੇਟਸ ਬਣਾਇਆ, ਇੱਕ ਡਿਵਾਈਸ ਬਣਾਇਆ. ਸੋ ਉਹਦੇ ਅਕੋਰਡਿੰਗਲੀ ਜਿਹੜੀਆਂ ਆਪਣੀਆਂ ਪਰਫੋਰਮੈਂਸ ਦੇ ਅਕੋਰਡਿੰਗਲੀ ਆਪਣੀ ਸਟੇਟਮੈਂਟਸ ਦਿੱਤੀਆਂ. It states that उन्होंने की किया it is never possible to develop a heat engine which will convert whole heat energy into the mechanical energy. वो कहते कि it is never possible, ऐदा possible हो ही नहीं सकता कि असी कोई heat engine नू develop करिए. ਕਿਹੜੇ ਹੀਟ ਇੰਜਨ ਨੂੰ ਜਿਹੜਾ ਕਿ ਕਨਵਰਟ ਕਰ ਸਕਦਾ ਹੋਵੇ ਹੋਲ ਹੀਟ એનર્ਜੀ ਨੂੰ ਮਕੈਨੀਕਲ એનર્ਜੀ ਦੇ ਵਿੱਚ. ਹੀਟ એનર્ਜੀ ਕਿਹੜੀ ਹੁੰਦੀ ਆ? ਜਿਹਦੇ ਵਿੱਚੋਂ ਹੀਟ ਬਾਹਰ ਨਿਕਲਦੀ ਹੋਵੇ. ਫੋਰ ਐਗਜ਼ਾਮਪਲ ਤੁਸੀਂ ਸਭ ਨੇ ਟ੍ਰੇਨ ਦੇਖੀ ਹੋਣੀ ਆ. ਟ੍ਰੇਨ ਦੇ ਵਿੱਚ ਅਸੀਂ ਕੋਲਾ ਪਾਉਂਦੇ ਆ ਤਾਂ ਕੋਲਾ ਜਿਹੜਾ ਆ ਉਹ ਬਾਅਦ ਵਿੱਚ ਅੱਗ ਬਣ ਜਾਂਦੀ ਆ ਤਾਂ ਅੱਗ ਦੀ ਮਤਲਬ ਹੀਟ ਦੀ ਫਾਰਮ ਦੇ ਵਿੱਚ ਰਿਲੀਜ਼ ਹੁੰਦੀ ਆ. ਸੋ ਕੁਛ ਇੱਕ ਇੱਦਾਂ ਦੇ ਆ ਕਿ ਅਸੀਂ ਉਹਨੂੰ ਹੀਟ ਦੇ ਵਿੱਚ ਯੂਜ਼ ਕਰਦੇ ਹਾਂ. ਅੱਗ ਜਿਹੜੀ ਆ ਉਹਨੂੰ ਭਾਫ ਬਣਦੀ ਆ ਬਾਅਦ ਵਿੱਚ. ਸੋ ਅਸੀਂ ਉਹਨੂੰ ਮਕੈਨੀਕਲ ਵਰਕ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ. ਲਾਈਕ ਸਾਡੀ ਟ੍ਰੇਨ ਪੂਰੀ ਦੀ ਪੂਰੀ ਚੱਲਦੀ ਆ. ਇਹਦਾ ਮਤਲਬ ਹੀਟ એનર્ਜੀ ਨੂੰ ਅਸੀਂ ਕਾਹਦੇ ਵਿੱਚ ਕਨਵਰਟ ਕਰ ਰਹੇ ਹਾਂ? ਮਕੈਨੀਕਲ ਦੇ ਵਿੱਚ. ਟ੍ਰੇਨ ਦਾ ਜੋ ਇੰਜਨ ਆ ਚੱਲ ਰਿਹਾ ਉਹਨੂੰ ਕਹਿ ਦਿੰਦੇ ਹਾਂ ਮਕੈਨੀਕਲ ਵਰਕ. ਠੀਕ ਹੈ, ਵਿਦਾਊਟ ਰਿਜੈਕਟਿੰਗ ਐਨੀ ਪਾਰਟ ਆਫ ਇਟ ਟੂ ਦਾ ਕੋਲਡ ਰੀਜ਼ਨ. ਸੋ ਬੱਚੇ ਆਪਾਂ ਹੀਟ ਇੰਜਨ ਪ੍ਰੋਪਰ ਪੜ੍ਹਾਂਗੇ, ਪ੍ਰੋਪਰ ਉਹਦੀ ਕੰਸਟਰਕਸ਼ਨ ਕਰਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੋਲਡ ਰੀਜ਼ਨ ਕੀ ਆ. ਉਹਦੇ ਵਿੱਚ ਅਲੱਗ-ਅਲੱਗ ਪੋਰਸ਼ਨ ਆ, ਸਿੰਕ ਆ, ਹੌਟ ਰੀਜਨ ਆ, ਕੋਲਡ ਰੀਜਨ ਆ. ਕਹਿੰਦੇ ਕੁਛ ਨਾ ਕੁਛ ਜਿਹੜੀ ਆ ਹੀਟ ਆ ਉਹ ਰਿਜੈਕਟ ਕੀਤੀ ਜਾਂਦੀ ਆ ਕੋਲਡ ਰੀਜ਼ਨ ਦੇ ਦੁਆਰਾ. ਠੀਕ ਹੈ ਜੀ, ਇਹ ਫਸਟ ਸਟੇਟਮੈਂਟ ਸੀ ਕੈਲਵਿਨ ਨੇ ਜਿਹੜੀ ਕਿ ਕਿਸ ਪਰਫੋਰਮੈਂਸ ਦੇ ਆਧਾਰ 'ਤੇ ਦਿੱਤੀ ਗਈ ਸੀ? ਹੀਟ ਇੰਜਨ ਦੇ. ਨੈਕਸਟ ਇਜ਼ ਸੈਲਸੀਅਸ ਸਟੇਟਮੈਂਟ. ਹੁਣ ਸੈਲਸੀਅਸ ਕੀ ਆ? ਦਿਸ ਸਟੇਟਮੈਂਟ ਇਜ਼ ਬੇਸਡ ਅਪੋਨ ਦਾ ਰੈਫਰੀਜਰੇਟਰ. ਸੋ ਬੱਚੇ ਇਹਨਾਂ ਨੇ ਰੈਫਰੀਜਰੇਟਰ ਫਰਦਰ ਐਕਸਪੈਰੀਮੈਂਟਸ ਕੀਤੇ ਗਏ, ਫਰਦਰ ਡਿਵਾਈਸ ਬਣਾਏ ਗਏ. ਸੋ ਦੈਟ ਇਜ਼ ਦਾ ਰੈਫਰੀਜਰੇਟਰ. ਉਹਨਾਂ ਨੇ ਕੀ ਕਿਹਾ? ਇਟ ਸਟੇਟਸ ਦੈਟ ਇਟ ਇਜ਼ ਇੰਪੋਸੀਬਲ ਕਿ ਇੰਪੋਸੀਬਲ ਆ ਕਿਹੜੀ ਚੀਜ਼? ਫॉर ਅ ਸੈਲਫ ਐਕਟਿੰਗ ਮਸ਼ੀਨ, ਕੋਈ ਸੈਲਫ ਐਕਟਿੰਗ ਮਸ਼ੀਨ ਕਹਿੰਦੇ ਨਹੀਂ ਹੋ ਸਕਦੀ ਟੂ ਟਰਾਂਸਫਰ ਹੀਟ ਫਰੋਮ ਦਾ ਕੋਲਡ ਬੋਡੀ ਟੂ ਦਾ ਹੌਟ ਬੋਡੀ. ਕਹਿੰਦੇ ਕੋਈ ਇੱਦਾਂ ਦੀ ਮਸ਼ੀਨ ਨਹੀਂ ਆ ਜਿਹੜੀ ਕਿ ਹੀਟ ਨੂੰ ਟਰਾਂਸਫਰ ਕਰ ਸਕਦਾ ਹੋਵੇ ਕੋਲਡ ਬੋਡੀ ਤੋਂ ਹੌਟ ਬੋਡੀ ਤੱਕ ਵਿਦਾਊਟ ਐਨੀ ਵਰਕ ਡਨ ਬਾਈ ਏਜੰਟ. ਇਹਦਾ ਮਤਲਬ ਸੈਂਟਰ ਵਿੱਚ ਕੋਈ ਏਜੰਟ ਨਹੀਂ ਆ. ਏਜੰਟ ਬੱਚੇ ਕੋਈ ਵੀ ਹੋ ਸਕਦਾ, ਕੋਈ ਪਾਣੀ ਹੋ ਸਕਦਾ ਆ, ਹਵਾ ਲਾਈਕ ਕੋਈ ਮੀਡੀਅਮ ਹੋ ਸਕਦਾ ਆ, ਕੁਛ ਵੀ ਹੋ ਸਕਦਾ. ਏਜੰਸੀ ਕੋਈ ਵੀ ਹੋ ਸਕਦੀ ਆ, ਕੋਈ ਵੀ ਏਜੰਟ ਹੋ ਸਕਦਾ ਆ ਜਿਹੜਾ ਕਿ ਦੋ ਹੌਟ ਬੋਡੀ ਔਰ ਕੋਲਡ ਬੋਡੀ ਦੇ ਵਿਚਕਾਰ ਜਿਹੜਾ ਕੰਮ ਕਰਦੇ ਹੋਣ ਉਹਨਾਂ ਨੂੰ ਅਸੀਂ ਏਜੰਸੀਜ਼ ਜਾਂ ਫਿਰ ਏਜੰਟ ਬੋਲ ਦਿੰਦੇ ਹਾਂ. ਕਲੀਅਰ ਹੋ ਗਿਆ? ਸੋ ਬੱਚੇ ਫਸਟ ਸੀ ਕੈਲਵਿਨ ਜਿਨ੍ਹਾਂ ਨੇ ਹੀਟ ਇੰਜਨ ਤੋਂ ਡੈਫੀਨੇਸ਼ਨ ਦਿੱਤੀ. ਸੈਕੰਡ ਵਨ ਇਜ਼ ਅ ਸੈਲਸੀਅਸ ਸਟੇਟਮੈਂਟ ਜਿਨ੍ਹਾਂ ਨੇ ਰੈਫਰੀਜਰੇਟਰ ਡਿਵਾਈਸ ਬਣਾਇਆ. ਸੋ ਉਹਦੇ ਅਕੋਰਡਿੰਗਲੀ ਸਟੇਟਮੈਂਟ ਦਿੱਤੀ. ਨੈਕਸਟ ਆ ਜਾਓ reversible process. ਹੁਣ ਰਾਜੇ reversible process ਕੀ ਆ? The process which can proceed in reversible direction with the same variable such that all changes occur in direct process get reversed is called a reversed process. ਕਹਿੰਦੇ ਕੋਈ ਇੱਦਾਂ ਦਾ ਪ੍ਰੋਸੈਸ ਹੁੰਦਾ ਆ ਜਿਹਦੇ ਵਿੱਚ ਰਿਵਰਸੀਬਲ ਡਾਇਰੈਕਸ਼ਨ ਦੇ ਵਿੱਚ ਜਿਹੜਾ ਆ ਤੁਹਾਡੀ ਕੋਈ ਵੀ ਪ੍ਰੋਸੈਸ ਆ, ਕੋਈ ਵੀ ਵਰਕਿੰਗ ਆ ਉਹ ਹੋ ਰਿਹਾ ਹੋਵੇ. ਮਤਲਬ A ਤੋਂ B ਵਿੱਚ ਕਨਵਰਟ ਹੋ ਗਿਆ ਤੇ B ਤੋਂ ਅਗੇਨ A 'ਚ ਕਨਵਰਟ ਹੋ ਗਿਆ. ਸੇਮ ਕੰਡੀਸ਼ਨਸ ਆ, ਸੇਮ ਮਟੀਰੀਅਲ ਆ, ਕੋਈ ਵੀ ਜਿਹੜੀ ਆ ਚੇਂਜਿਸ ਨਹੀਂ ਹੋਈਆਂ. ਠੀਕ ਹੈ, ਕੋਈ ਵੀ ਚੇਂਜਿਸ ਨਹੀਂ ਹੋਣਗੀਆਂ ਤਾਂ ਅਸੀਂ ਉਹਨਾਂ ਨੂੰ ਰਿਵਰਸੀਬਲ ਪ੍ਰੋਸੈਸ ਜਿਹੜਾ ਆ ਕਹਿ ਦਿੰਦੇ ਆ. ਫੋਰ ਐਗਜ਼ਾਮਪਲ ਅਗਰ ਅਸੀਂ ਸਿੰਪਲ ਰਿਵਰਸੀਬਲ ਪ੍ਰੋਸੈਸ ਦੇਖਣਾ ਹੋਵੇ, ਅਸੀਂ ਕੀ ਕੀਤਾ? ਪਾਣੀ ਨੂੰ ਫ੍ਰਿਜਰ ਦੇ ਵਿੱਚ ਰੱਖ ਦਿੱਤਾ ਤਾਂ ਬਰਫ਼ ਬਣ ਗਈ. ਬਰਫ਼ ਤੋਂ ਅਗੇਨ ਉਹਨੂੰ ਨੋਰਮਲ ਟੈਂਪਰੇਚਰ 'ਤੇ ਰੱਖਾਂਗੇ ਤਾਂ ਪਾਣੀ ਬਣ ਜਾਏਗਾ. ਇਹਦਾ ਮਤਲਬ ਜਿਹੜਾ ਮਟੀਰੀਅਲ ਆ ਸੇਮ ਹੀ ਰਿਹਾ.
ਤਾਂ ਕੋਈ ਚੇਂਜਿਸ ਨਹੀਂ ਹੋਈਆਂ। ਠੀਕ ਹੈ, ਨੈਕਸਟ ਆ ਜਾਓ ਨੈਸੈਸਰੀ ਕੰਡੀਸ਼ਨਸ ਫॉर ਰਿਵਰਸੀਬਲ ਪ੍ਰੋਸੈਸ। ਰਿਵਰਸੀਬਲ ਪ੍ਰੋਸੈਸ ਦੇ ਵਿੱਚ ਨੈਸੈਸਰੀ ਕੰਡੀਸ਼ਨਸ, ਜ਼ਰੂਰੀ ਕੰਡੀਸ਼ਨਸ ਕਿਹੜੀਆਂ ਆ? ਨੰਬਰ 1, ਦ ਪ੍ਰੋਸੈਸ ਸ਼ੁੱਡ ਪ੍ਰੋਸੀਡ ਵੈਰੀ ਸਲੋਲੀ। ਜਿਹੜਾ ਤੁਹਾਡਾ ਪ੍ਰੋਸੀਜਰ ਆ, ਜਿਹੜਾ ਵੀ ਰਿਵਰਸੀਬਲ ਪ੍ਰੋਸੈਸ ਦੇ ਅੰਦਰ ਹੋਣਾ ਚਾਹੀਦਾ, ਉਹ ਕੀ ਹੋਣਾ ਚਾਹੀਦਾ? ਸਲੋਲੀ, ਮਤਲਬ ਕਿ ਹੌਲੀ ਹੌਲੀ ਪ੍ਰੋਸੀਜਰ ਹੋਣਾ ਚਾਹੀਦਾ। ਇਹ ਤਾਂ ਨਹੀਂ ਆ ਕਿ ਅਸੀਂ ਪਾਣੀ ਨੂੰ ਫਰਿੱਜ ਦੇ ਵਿੱਚ ਰੱਖਿਆ ਤੇ ਇਮੀਡੀਏਟਲੀ ਜਿਹੜੀ ਆ ਬਰਫ਼ ਬਣ ਗਈ। ਇਮੀਡੀਏਟਲੀ ਬਰਫ਼ ਨਹੀਂ ਬਣਦੀ, ਹੌਲੀ ਹੌਲੀ ਬਰਫ਼ ਬਣਦੀ ਆ। Next is the system should be free from force like friction, viscosity। ਕਹਿੰਦੇ ਕਿਸੇ ਤਰੀਕੇ ਦੀ ਵੀ ਉਹਦੇ ਵਿੱਚ ਜਿਹੜੀ ਆ ਫ੍ਰਿਕਸ਼ਨ ਜਿਹੜੀ ਆ ਨਹੀਂ ਲੱਗ ਰਹੀ ਹੋਣੀ ਚਾਹੀਦੀ, ਕਿਸੇ ਤਰੀਕੇ ਦਾ ਕੋਈ ਐਕਸਟਰਨਲ ਫੋਰਸ ਜਿਹੜੀ ਆ ਅਪਲਾਈ ਨਹੀਂ ਹੋ ਰਹੀ ਹੋਏਗੀ ਕੋਈ ਵੀ ਇਸ ਪ੍ਰੋਸੈਸ ਦੇ ਅੰਦਰ। ਡਨ। ਨੈਕਸਟ ਆ ਜਾਓ ਇਰਰਿਵਰਸੀਬਲ ਪ੍ਰੋਸੈਸ। ਇਰਰਿਵਰਸੀਬਲ ਮਤਲਬ ਕਿ ਜਿਹੜਾ ਕਿ ਰਿਵਰਸ ਨਾ ਹੋ ਸਕਦਾ ਹੋਵੇ। The process which cannot proceed in a reversible direction is called irreversible process। ਕੋਈ ਵੀ ਇੱਦਾਂ ਦਾ ਪ੍ਰੋਸੈਸ ਜਿਹੜਾ ਕਿ ਦੁਬਾਰਾ ਪ੍ਰੋਸੀਡ ਨਾ ਕਰ ਸਕਦੇ ਹੋਵੇ। ਫੋਰ ਐਗਜ਼ਾਮਪਲ ਅਸੀਂ ਬੱਚੇ ਆਟੇ ਵਿੱਚ ਪਾਣੀ ਪਾ ਦਿੱਤਾ, ਆਟੇ ਵਿੱਚ ਨਮਕ ਪਾ ਦਿੱਤਾ, ਸੋ ਅਸੀਂ ਆਟਾ ਗੁੰਨ ਲਿਆ। ਹੁਣ ਅਸੀਂ ਕਹੀਏ ਕਿ ਉਹ ਨਮਕ ਨੂੰ ਬਾਹਰ ਕੱਢ ਲਿਆ ਜਾਵੇ, ਪਾਣੀ ਨੂੰ ਬਾਹਰ ਕੱਢ ਲਿਆ ਜਾਵੇ, ਕੀ ਅਸੀਂ ਉਹਨੂੰ ਕੱਢ ਸਕਦੇ ਹਾਂ? ਨਹੀਂ ਕੱਢ ਸਕਦੇ। ਉਹ ਕੀ ਹੋ ਗਿਆ? ਤੁਹਾਡਾ ਇਰਰਿਵਰਸੀਬਲ ਪ੍ਰੋਸੈਸ। ਫੋਰ ਐਗਜ਼ਾਮਪਲਸ ਦ ਮੇਕਿੰਗ ਆਫ ਟੀ, ਜਿੱਦਾਂ ਕਿ ਅਸੀਂ ਚਾਹ ਬਣਾ ਲਈਏ, ਠੀਕ ਹੈ, ਸ਼ੂਗਰ ਪਾਣੀ ਦੇ ਵਿੱਚ ਐਡ ਕਰ ਦਈਏ, ਰਸਟਿੰਗ ਆਫ ਆਇਰਨ, ਲੋਹੇ ਨੂੰ ਜਿਹੜਾ ਜੰਗ ਲੱਗ ਜਾਂਦਾ ਹੈ, ਡਿਫਿਊਜ਼ਨ ਆਫ ਗੈਸਿਸ, ਦੋ ਗੈਸਿਸ ਅਸੀਂ ਅਲੱਗ-ਅਲੱਗ ਗੈਸਿਸ ਲਿੱਤੀਆਂ ਤਾਂ ਉਹਨਾਂ ਨੂੰ ਮਿਕਸ ਹੋ ਗਿਆ। ਮੰਨ ਲਓ ਸਾਡੀ ਕੈਮਿਸਟਰੀ ਲੈਬ ਆ, ਕੈਮਿਸਟਰੀ ਲੈਬ ਦੇ ਵਿੱਚ ਨੰਬਰ ਆਫ ਗੈਸਿਸ ਜਿਹੜੀਆਂ ਆ ਟਿਊਬਸ ਦੇ ਵਿੱਚ ਪਈਆਂ ਹੋਈਆਂ, ਸਾਰੀਆਂ ਟਿਊਬਸ ਇਮੀਡੀਏਟਲੀ ਟੁੱਟ ਗਈਆਂ, ਕਰੈਕ ਹੋ ਗਈਆਂ, ਤਾਂ ਸਾਰੀਆਂ ਗੈਸਿਸ ਮਿਕਸ ਹੋ ਗਈਆਂ। ਜੇ ਹੁਣ ਕਿਹਾ ਜਾਵੇ ਕਿ ਅਲੱਗ-ਅਲੱਗ ਗੈਸਿਸ ਨੂੰ ਅਲੱਗ-ਅਲੱਗ ਕਰ ਦਿਓ, ਕੀ ਤੁਸੀਂ ਕਰ ਸਕਦੇ ਆ? ਨਹੀਂ ਕਰ ਸਕਦੇ। ਤੁਹਾਨੂੰ ਪਤਾ ਜਿੱਦਾਂ ਸਾਡੀ ਵਿੱਚ ਹਵਾ ਆ, ਹਵਾ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਗੈਸਿਸ ਆ, ਨਾਈਟ੍ਰੋਜਨ ਗੈਸ, ਹਾਈਡਰੋਜਨ ਗੈਸ ਕਹਿ ਲਓ, ਆਕਸੀਜਨ ਗੈਸ, ਕਾਰਬਨ ਡਾਈਆਕਸਾਈਡ ਗੈਸ। ਬਟ ਸਾਡੀ ਬਾਡੀ ਨੂੰ ਜੋ ਚਾਹੀਦੀ ਅਸੀਂ ਸਿਰਫ ਆਕਸੀਜਨ ਹੀ ਲੈਂਦੇ ਹਾਂ ਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ। ਇਹਦਾ ਮਤਲਬ ਜੇ ਮੈਂ ਤੁਹਾਨੂੰ ਕਹਾਂ ਕਿ ਹਵਾ ਵਿੱਚ ਅਲੱਗ-ਅਲੱਗ ਗੈਸਾਂ ਇੱਦਾਂ ਖੜੇ ਚੇਂਜ ਕਰ ਦਿਓ, ਕੀ ਤੁਸੀਂ ਕਰ ਸਕਦੇ ਆ? ਨਹੀਂ ਕਰ ਸਕਦੇ। ਸੋ ਇਹ ਹੋ ਗਿਆ ਇਰਰਿਵਰਸੀਬਲ ਪ੍ਰੋਸੈਸ। ਐਕਸਚੇਂਜ ਆਫ ਹੀਟ ਬਿਟਵੀਨ ਟੂ ਬੋਡੀਜ਼। ਅਗਰ ਦੋ ਬੋਡੀਜ਼ ਦੇ ਵਿਚਕਾਰ ਹੀਟ ਐਕਸਚੇਂਜ ਹੋ ਜਾਵੇ, ਮੰਨ ਲਓ ਤੁਸੀਂ ਚਾਹ ਦਾ ਕੱਪ ਰੱਖਿਆ ਹੋਇਆ ਆ, ਠੀਕ ਹੈ, ਆਫਟਰ ਸਮ ਟਾਈਮ ਜਿਹੜਾ ਚਾਹ ਆ ਠੰਡੀ ਹੋ ਗਈ, ਇਹਦਾ ਮਤਲਬ ਉਹਨੇ ਇਨਵਾਇਰਮੈਂਟ ਦੇ ਵਿੱਚੋਂ, ਆਪਣੀ ਸਰਾਊਂਡਿੰਗ ਦੇ ਵਿੱਚੋਂ ਠੰਡੇ ਮੋਲੀਕਿਊਲਸ ਜਿਹੜੇ ਆ ਖੁਦ ਅਡੈਪਟ ਕਰ ਲਏ, ਓਬਜ਼ਰਵ ਕਰ ਲਏ ਤੇ ਆਪਣੀ ਹੀਟ ਜਿਹੜੀ ਆ ਇਨਵਾਇਰਮੈਂਟ ਨੂੰ, ਸਰਾਊਂਡਿੰਗ ਨੂੰ ਦੇ ਦਿੱਤੀ। ਹੁਣ ਅਸੀਂ ਇਹ ਤਾਂ ਨਹੀਂ ਕਰ ਸਕਦੇ ਕਿ ਪਈ ਆਸ-ਪਾਸ ਇਨਵਾਇਰਮੈਂਟ ਨੂੰ ਕਹੀਏ ਕਿ ਹਾਂ ਜੀ ਇਹਦੀ ਹੀਟ ਵਾਪਸ ਕਰ ਦਿਓ ਤਾਂ ਚਾਹ ਸਾਡੀ ਗਰਮ ਹੋ ਜਾਏਗੀ, ਦੁਬਾਰਾ ਨਹੀਂ ਹੋਏਗੀ। ਸੋ ਇਹ ਹੋ ਗਿਆ ਬੱਚੇ ਇਰਰਿਵਰਸੀਬਲ ਪ੍ਰੋਸੈਸ। ਕਲੀਅਰ ਹੋ ਗਿਆ ਬੱਚੇ? ਇਰਰਿਵਰਸੀਬਲ ਪ੍ਰੋਸੈਸ ਕੋਈ ਵੀ ਪ੍ਰੋਸੈਸ ਆ, ਕੋਈ ਵੀ ਡੈਫੀਨੇਸ਼ਨ ਆਉਂਦੀ ਹੈ ਬੱਚੇ, ਇੱਕ ਅੱਧੀ ਡੈਫੀਨੇਸ਼ਨ ਜ਼ਰੂਰ ਲਿਖ ਕੇ ਆਓ ਤਾਂ ਕਿ ਤੁਹਾਡੇ ਮਾਰਕਸ ਅੱਛੇ ਆਣ। ਸੋ ਨੈਕਸਟ ਬੱਚੇ ਮੇਨ ਟੌਪਿਕ ਆ ਸਾਡਾ ਹੀਟ ਇੰਜਨ। ਹੁਣ ਹੀਟ ਇੰਜਨ ਕੀ ਆ? ਇਟ ਇਜ਼ ਅ ਡਿਵਾਈਸ ਵਿਚ ਕਨਵਰਟ ਹੀਟ ਐਨਰਜੀ ਇਨਟੂ ਦ ਮਕੈਨੀਕਲ ਐਨਰਜੀ। ਜਿਹੜਾ ਕਿ ਬੱਚੇ ਹੀਟ ਐਨਰਜੀ ਨੂੰ, ਇੱਕ ਇੱਦਾਂ ਦਾ ਡਿਵਾਈਸ ਆ ਜਿਹੜਾ ਹੀਟ ਐਨਰਜੀ ਨੂੰ ਮਕੈਨੀਕਲ ਵਰਕ ਦੇ ਵਿੱਚ ਕੰਟੀਨਿਊਸਲੀ ਕੰਮ ਕਰਦਾ ਹੋਵੇ, ਸੋ ਉਹਨੂੰ ਅਸੀਂ ਹੀਟ ਇੰਜਨ ਬੋਲ ਦਿੰਦੇ ਹਾਂ। ਸੋ ਹੀਟ ਇੰਜਨ ਦੇ ਬੇਸਿਕਲੀ ਬੱਚੇ ਤਿੰਨ ਮੇਨ ਪਾਰਟਸ ਆ। ਨੰਬਰ 1 ਇਜ਼ ਅ ਸੋਰਸ। ਸੋਰਸ ਇੱਦਾਂ ਦੀ ਬੋਡੀ ਆ ਜਿਹੜੀ ਕਿ ਹੀਟ ਪ੍ਰੋਡਿਊਸ ਕਰਦੀ ਆ, ਹੀਟ ਦਿੰਦੀ ਆ, ਜਿਸ ਵਜ੍ਹਾ ਨਾਲ ਇਹਨੂੰ ਕੀ ਕਹਿ ਦਿੰਦੇ ਆ? ਹੌਟ ਬੋਡੀ। ਸੈਕਿੰਡ ਵਨ ਇਜ਼ ਅ ਸਿੰਕ। ਸਿੰਕ ਇੱਦਾਂ ਦੀ ਚੀਜ਼ ਆ ਜਿਹੜੀ ਹੀਟ ਨੂੰ ਓਬਜ਼ਰਵ ਕਰਦੀ ਆ, ਹੀਟ ਨੂੰ ਲੈ ਲੈਂਦੀ ਆ। ਸੋਰਸ ਹੀਟ ਛੱਡਦੀ ਆ ਬੱਚੇ, ਸਿੰਕ ਹੀਟ ਲੈਂਦੀ ਆ। ਵਰਕਿੰਗ ਸਬਸਟੈਂਸ ਇੱਦਾਂ ਦਾ ਸਬਸਟੈਂਸ ਆ ਜਿਹੜਾ ਕਿ ਕੋਈ ਮਟੀਰੀਅਲ ਯੂਜ਼ ਕਰਾਂਗੇ, ਮਟੀਰੀਅਲ ਕੋਈ ਵੀ ਹੋ ਸਕਦਾ, ਕੋਈ ਗੈਸ ਹੋ ਸਕਦਾ, ਲਿਕੁਇਡ, ਸੋਲਿਡ, ਕੁਝ ਵੀ ਹੋ ਸਕਦਾ। ਸੋ ਬੱਚੇ ਨੀਚੇ ਡੈਫੀਨੇਸ਼ਨਸ ਗਿਵਨ ਆ। ਨੰਬਰ 1 ਇਜ਼ ਅ ਸੋਰਸ ਆਫ ਹੀਟ ਬੋਡੀ, ਹੌਟ ਬੋਡੀ ਮੇਨਟੇਨ ਐਟ ਅ ਹਾਈ ਟੈਂਪਰੇਚਰ। ਇਹਦਾ ਟੈਂਪਰੇਚਰ ਕਿੰਨਾ ਹੁੰਦਾ ਆ? ਹਾਈ ਟੈਂਪਰੇਚਰ ਹੁੰਦਾ। ਮੰਨ ਲਓ ਅਸੀਂ 1000 ਡਿਗਰੀ ਸੈਂਟੀਗ੍ਰੇਡ ਲੈ ਲਿਆ, ਫਰੋਮ ਵਿਚ ਇੰਜਨ ਮੇ ਡਰਾ ਹੀਟ, ਜਿਹਦੀ ਵਜ੍ਹਾ ਨਾਲ ਅਗਰ ਇਸ ਦਾ ਇਹਦਾ ਦਾ ਟੈਂਪਰੇਚਰ ਬੱਚੇ ਜ਼ਿਆਦਾ ਰੱਖਾਂਗੇ ਤਾਂ ਹੀ ਇਹ ਹੀਟ ਡਰਾ ਕਰੇਗਾ, ਤਾਂ ਹੀ ਕਿਸੇ ਹੋਰ ਨੂੰ ਹੀਟ ਦੇਗਾ। ਸੈਕਿੰਡ ਇਜ਼ ਅ ਸਿੰਕ। ਸਿੰਕ ਕੀ ਹੁੰਦੀ ਆ? ਕੋਲਡ ਬੋਡੀ ਹੁੰਦੀ ਆ, ਮੇਨਟੇਨਿੰਗ ਲੋ ਟੈਂਪਰੇਚਰ। ਐਕਚੁਅਲ ਦੇ ਵਿੱਚ ਬੱਚੇ ਸਿੰਕ ਦਾ ਵੀ ਟੈਂਪਰੇਚਰ ਜ਼ਿਆਦਾ ਹੀ ਹੁੰਦਾ ਆ, ਬਟ ਇਹਨੂੰ ਲੋ ਟੈਂਪਰੇਚਰ ਕਿਉਂ ਕਿਹਾ ਜਾਂਦਾ? ਮੰਨ ਲਓ 800 ਆ, 500 ਡਿਗਰੀ ਸੈਂਟੀਗ੍ਰੇਡ ਆ, ਹੈਗਾ ਤਾਂ ਡਿਗਰੀ ਸੈਂਟੀਗ੍ਰੇਡ ਜ਼ਿਆਦਾ ਹੀ ਆ, ਬਟ ਸੋਰਸ ਨਾਲੋਂ ਘੱਟ ਹੋਣ ਕਰਕੇ ਅਸੀਂ ਇਹਨੂੰ ਲੋ ਟੈਂਪਰੇਚਰ ਕਹਿ ਦਿੰਦੇ ਹਾਂ। ਟੂ ਵਿਚ ਹੀਟ ਇਜ਼ ਰਿਜੈਕਟਡ ਬਾਏ ਦਾ ਇੰਜਨ, ਜਿਹੜੀ ਕਿ ਹੀਟ ਨੂੰ ਰਿਜੈਕਟ ਕਰਦੀ ਹੈ ਇੰਜਨ ਦੇ ਦੁਆਰਾ। ਲਾਸਟ ਵਨ ਇਜ਼ ਅ ਵਰਕਿੰਗ ਸਬਸਟੈਂਸ। ਇਟ ਇਜ਼ ਐਨੀ ਮਟੀਰੀਅਲ, ਕੋਈ ਵੀ ਮਟੀਰੀਅਲ ਹੋ ਸਕਦਾ, ਕੋਈ ਗੈਸ ਹੋ ਸਕਦਾ, ਲਿਕੁਇਡ ਹੋ ਸਕਦੀ ਹੈ, ਸੋਲਿਡ ਹੋ ਸਕਦੀ ਹੈ, ਵਿਚ ਪਰਫੋਰਮ ਮੈਕੈਨੀਕਲ ਵਰਕ, ਜਿਹੜਾ ਕਿ ਮੈਕੈਨੀਕਲ ਵਰਕ ਨੂੰ ਕੰਮ ਕਰਨ ਦੇ ਵਿੱਚ ਹੈਲਪ ਕਰਦਾ। ਫੋਰ ਐਗਜ਼ਾਮਪਲ ਜਿੱਦਾਂ ਬੱਚੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਅਸੀਂ ਕੋਲਾ ਯੂਜ਼ ਕਰਦੇ ਹਾਂ ਚਲਾਉਣ ਦੇ ਲਈ, ਕਹਿ ਲਓ ਆਪਣੀ ਇੰਜਨ,
ट्रेन ਨੂੰ ਚਲਾਉਣ ਦੇ ਲਈ। ਸੋ ਕੋਲ ਆ ਜਿਹੜਾ ਆ ਉਹ ਸੋਲਿਡ ਹੋ ਗਿਆ, ਸੋਲਿਡ ਮਟੀਰੀਅਲ ਆ, ਇਹਦਾ ਮਤਲਬ ਕਿਹੜਾ ਵਰਕਿੰਗ ਸਬਸਟੈਂਸ ਅਸੀਂ ਯੂਜ਼ ਕਰ ਰਹੇ ਹਾਂ, ਸੋਲਿਡ। ਮੰਨ ਲਓ ਹੁਣ ਉਹਦੀ ਜਗ੍ਹਾ 'ਤੇ ਅਸੀਂ ਪੈਟਰੋਲ, ਡੀਜ਼ਲ ਜਾਂ ਕੁਝ ਵੀ ਯੂਜ਼ ਕਰ ਰਹੇ ਹਾਂ ਤਾਂ ਉੱਥੇ ਕੀ ਹੋਣਾ ਸੀਗਾ, ਲਿਕੁਇਡ। ਕਲੀਅਰ ਹੋ ਗਈ ਰਾਜੇ ਵਰਕਿੰਗ ਸਬਸਟੈਂਸ ਕੀ ਆ। ਨੈਕਸਟ ਆ ਜਾਓ वर्किंग ऑफ हीट इंजन। हुण बच्चे कई बार क्वेश्चन आ जाता है पूरा 3 मार्क्स का लॉन्ग क्वेश्चन बनता है, डिफाइन हीट इंजन, राइट इट्स एसेंशियल पार्ट। सो एसेंशियल पार्ट जिहड़े आ तुसीं याद लिखने आ। दैन एक्सप्लेन इट्स वर्किंग। सो वर्किंग दे विच बच्चे तुसीं डायग्राम ड्रॉ करोगे, डायग्राम ड्रॉ करन तो बाद हल्की फुल्की थियोरी लिखोगे। द वर्किंग सबसटेंस ऑफ द इंजन एब्जॉर्ब हीट एनर्जी फ्रॉम द सोर्स। सब तो पहला असीं एक सोर्स बनाता और उसका टैंपरेचर कितना आ T1, क्योंकि ये हाई टैंपरेचर आ, ये की आ हाई टैंपरेचर आ, इत्थे टैंपरेचर ज़्यादा होएगा, इसदा मतलब ये एनर्जी नूं छड्डेगा। दिस हीट एनर्जी इज़ कन्वर्टेड टू मैकेनिकल वर्क। जिहड़ा बच्चे इत्थे हीट आ इन्ने कन्वर्ट हो जाना काहदे विच, मैकेनिकल वर्क दे विच। एंड रिमेनिंग हीट एनर्जी इज़ रिजैक्टेड बाय द सिंक। हुण बच्चे नीचे की आ सिंक एट T2। कुछ कहते इत्थों जिहड़ी हीट आ रही आ इंजन तक आई और कुछ कम हो गया, जिहड़ा कम होया दैट इज़ W, वर्क डन हो गया, कोई ना कोई कम हो गया। उहदे विचों हीट एनर्जी की फॉर्म दे विच जिहड़ी आ कह लो कुछ ना कुछ एनर्जी जिहड़ी आ वेस्ट चलेगी या कुछ चलेगी। सो जिहड़ी रिमेनिंग हीट आ, रिमेनिंग हीट जिहड़ी आ रिजैक्ट कर दित्ती गई सिंक दे द्वारा। दिस इज़ T2। दिस प्रोसैस कंटिन्यूसली चेंजिज हीट एनर्जी इनटू द मैकेनिकल एनर्जी। सो पूरा प्रोसैस जिहड़ा आ वो की कर रहा हीट एनर्जी नूं मैकेनिकल एनर्जी दे विच कन्वर्ट करन दे विच हेल्प कर रहा। सो असीं की लिख रहे हैं वेयर Q1 जिहड़ा आ वाला बच्चे Q1 आ ये की आ अमाउंट ऑफ हीट एब्जॉर्ब्ड बाय द वर्किंग सबसटेंस। वो वाली हीट आ जिहड़ी कि इंजन द्वारा एब्जॉर्ब की गई वर्किंग सबसटेंस। इंजन की जगह पर बच्चे तुसीं वर्किंग सबसटेंस भी लिख सकते हैं, ठीक है। वर्किंग सबसटेंस की आ इंजन, वर्किंग सबसटेंस इंजन। सो इंजन जिहड़ा आ ओह Q1 हीट नूं एब्जॉर्ब कर रहा। हुण Q2 हीट की आ वो वाली हीट जिहड़ी रिजैक्ट की जा रही है सिंक दे द्वारा, अमाउंट ऑफ हीट रिजैक्टेड टू सिंक। नैक्सट इज W। W की है थोड़ा बच्चे वर्क परफॉर्मेंस, जिन्ना कम होया जिन्ना मैकेनिकल एनर्जी हुई दैट इज़ द W। सो देयरफॉर चेंज इन इंटरनल एनर्जी ऑफ द वर्किंग सबसटेंस। इंटरनल एनर्जी जिहड़ी आ वर्किंग सबसटेंस की वो कितनी होएगी 0। सो DU असीं कितनी लै रहे हैं इंटरनल एनर्जी, क्योंकि असीं बाहरों ही दे रहे हैं। सो इंटरनल एनर्जी कितनी हो जाएगी 0। नैक्सट आ नैट अमाउंट ऑफ हीट एब्जॉर्ब। हुण बच्चे टोटल हीट कितनी ऑब्जर्व हुई, उपरों कितनी आ रही सी Q1, रिजैक्ट कितनी होगी Q2। सो आ वाली एनर्जी यूज हो रही है तो आ वाली रिजैक्ट हो रही है। सो की लिखांगे Q1 माइनस Q2। सो असीं लिख दिता Q1 माइनस Q2। इफ एक्सटर्नल मैकेनिकल वर्क डन बाय द वर्किंग सबसटेंस इज़ W। मान लो एक्सटर्नल मैकेनिकल वर्क जिहड़ा बच्चे इत्थे W कम होया आ वाला, this is the external mechanical work। so W in such in each cycle, हर एक cycle च जिहड़ा total work done हो रहा that is W। then the first law of thermodynamics, बच्चे first law of thermodynamics की कहता है total energy is equals to internal energy plus work done। सो वर्क डन, क्योंकि असीं स्मॉल अमाउंट की गल कर रहे हैं तो अगे असीं की लगा दिता स्मॉल d। सो स्मॉल DQ इज इक्वल्स टू DU प्लस DW। हुण DQ बच्चे DQ साडा कितना आ दैट इज़ नैट अमाउंट ऑफ हीट एब्जॉर्ब दैट इज़ Q1 माइनस Q2। सो DQ की जगह ते की लिख दिता DQ1 माइनस DQ2। क्लीयर हो गया बच्चे, D क्यों लगा रहे हैं क्योंकि असीं स्मॉल वर्क डन की गल कर रहे हैं। DU कितना आ साडा 0, असीं पहला ही कह दिता कि जिहड़ी इंटरनल एनर्जी सी वो कितनी सी 0, तो वर्क डन कितना आ DW। सो चाहे बच्चे हुण तुसीं स्मॉल वर्क डन जिहड़ा आ उहनूं रिमूव कर दो, D नूं रिमूव कर दो। सो की आ जाएगा Q1 माइनस Q2 इज इक्वल्स टू W। सो असीं लिख सकते हैं W इज इक्वल्स टू Q1 माइनस Q2। बच्चे इन्ना वर्क डन जिहड़ा आ हो रहा आ। सो तुसीं डायग्राम दे अंदर भी लिख सकते हैं कि जिहड़ा W आ दैट इज इक्वल्स टू Q1 माइनस Q2। क्लीयर हो गया जी, किस तरीके ना आया साडा ये वाली जिहड़ी हीट एनर्जी एब्जॉर्ब आई है किस तरीके ना आई है। नैक्सट आ जाओ एफिशिएंसी ऑफ हीट इंजन। हुण बच्चे एफिशिएंसी कितनी आ, सम टाइम 1 मार्क्स का क्वेश्चन अलग तो पूछ लिया जाता है कि हीट इंजन की एफिशिएंसी लिखो, राइट द एफिशिएंसी ऑफ हीट इंजन।
ਕੰਮ ਕਰਨ ਦੀ ਸਮਰੱਥਾ ਕਿੰਨੀ ਆ, ਐਫੀਸ਼ੀਐਂਸੀ ਕਿੰਨੀ ਆ। ਸੋ ਇਹਨੂੰ ਬੱਚੇ ਡਿਨੋਟ ਕੀਤਾ ਜਾਂਦਾ ਨੀਟਾ ਦੇ ਨਾਲ। ਕਾਹਦੇ ਨਾਲ ਕੀਤਾ ਜਾਂਦਾ? ਨੀਟਾ ਦੇ ਨਾਲ। that is equals to work done by the working substance in each cycle। हर एक साइकिल दे विच कितना वर्क डन होया डिवाइडेड बाय हीट एब्जॉर्ब्ड कितनी हुई बाय वर्किंग सबसटेंस फ्रॉम द सोर्स इन ईच साइकिल। सो बच्चे सिंपल अगर सानू लाइन्स ज़्यादा लंबियां लग रही तो सिंपल लिख सकते हो वर्क डन डिवाइडेड बाय हीट एब्जॉर्ब्ड। ठीक है, वर्क डन डिवाइडेड बाय हीट एब्जॉर्ब। सो वर्क डन साडा कितना होया W और हीट एब्जॉर्ब उपरों जिहड़ी कीती गई एब्जॉर्ब सी बच्चे Q2 की सी हीट रिजैक्टेड। असी हीट एब्जॉर्ब की गल कर रहे हैं मतलब कल्ली Q1 की गल कर रहे हैं। सो असी लिख दिता Q1। हुण W का आंसर बच्चे असी हुणे हुणे सॉल्व करके हटिया दैट इज़ Q1 माइनस Q2। Q1 की जगह ते ऐसा च लिखता। हुण असी की कीता Q1 ओवर Q1 माइनस Q2 ओवर Q1। आ वाले Q1 नू बच्चे एलसीएम कला कला तोड़ के लिख दिता। Q1 दे नाल Q1 कैंसल। सो साडे को आ गया 1 माइनस Q2 डिवाइडेड बाय Q1। सो दिस इज़ द फाइनल आंसर। सो नीटा का आंसर कितना आ गया 1 माइनस Q2 ओवर Q1। सो आ सी बच्चे थोड़ी एफिशिएंसी ऑफ हीट इंजन विच इज़ द इंपॉर्टेंट आर्टिकल। सो बच्चे 3 मार्क्स का जोड़ा आर्टिकल आ थोड़े एग्जाम के विच पूछा जा सकता है। सो इस तो बाद बच्चे असीं करांगे कारनॉट हीट साइकिल। सो ये आर्टिकल बच्चे ज़्यादा इंपॉर्टेंट आ, इनू अच्छी तरीके ना कर लेना। अगर किसी तरीके की कोई प्रॉब्लम होएगी तो तुसी कमेंट सैक्शन दे विच पूछ सकते हैं। सो जाते जाते बच्चे वीडियो नू लाइक ज़रूर करते जाना। अगर चैनल ते फर्स्ट टाइम आए हो तो सबसक्राइब ज़रूर करते जाना। सो बच्चे अपनी क्लास स्टूडेंट्स तक बाकियां तक वीडियो नू शेयर कर दो, मैक्सिमम शेयर कर दो ताकि बच्चों का मैक्सिमम सपोर्ट आ सके। सो बच्चे पढ़ना स्टार्ट कर दो। काफ़ी बच्चे कोविड दे करके ये सोच रहे हैं कि पेपर नहीं होणगे। बच्चे एग्जाम होंदे आ तां भी वैल एंड गुड आ, एग्जाम नहीं होंदे तो थोड़ी लाइफ दे ही एक पार्ट आ जो थानू बिल्ड करन दे विच हैल्प करेगा। सो अच्छी तरीके ना पढ़ो, अगे वधो और कुछ कर दिखाओ। सो ऑल द बेस्ट फॉर द एग्जाम। थैंक यू सो मच।